ਸਤਿ ਸ਼੍ਰੀ ਅਕਾਲ ਜੀ, ਬਹੁਤ-ਬਹੁਤ ਸਵਾਗਤ ਹੈ ਜੀ। ਤੁਸੀਂ ਸਾਰੇ ਵੇਖ ਰਹੇ ਹੋ YouTube ਚੈਨਲ ਸਾਂਝ ਗੱਲਾਂ ਦੀ। ਸੋ ਅੱਜ ਇੱਕ ਵਾਰ ਫਿਰ ਤੋਂ ਆਪਾਂ ਜੋ ਹੈ ਸਾਂਝ ਗੱਲਾਂ ਦੀ ਪਾਉਣ ਜਾ ਰਹੇ ਹਾਂ ਤੇ ਅੱਜ ਇੱਕ ਬਹੁਤ ਇੱਕ ਚੰਗਾ ਟੌਪਿਕ ਜੋ ਹੈ ਉਸ ਉੱਪਰ ਗੱਲ ਕਰਨ ਜਾ ਰਹੇ ਹਾਂ, ਜੋ ਕਿ ਹੈ ਆਪਣੇ ਮਨ ਨੂੰ ਸਮਝਾਉਣਾ। ਸੋ ਅੱਜ ਦੇ ਸਮੇਂ ਵਿੱਚ ਕਿਸੇ ਵੀ ਸਮੇਂ ਦੀ ਗੱਲ ਕਰੀਏ, ਮਨ ਨੂੰ ਸਮਝਾਉਣਾ ਹੀ ਸਭ ਤੋਂ ਔਖਾ ਹੁੰਦਾ ਹੈ। ਸੋ ਨੈਗੇਟਿਵ ਪੋਜ਼ਿਟਿਵ ਦੋ ਰਸਤਿਆਂ ਤੇ ਮਨ ਚੱਲ ਰਿਹਾ ਹੁੰਦਾ। ਅਸੀਂ ਆਪਣੇ ਮਨ ਨੂੰ ਸਮਝਾ ਕੇ ਕਿਹੜੇ ਪਾਸੇ ਤੇ ਲੈ ਕੇ ਜਾਂਦੇ ਆ, ਉਵੇਂ ਦੇ ਸਾਨੂੰ ਜ਼ਿੰਦਗੀ ਵਿੱਚ ਰਿਜ਼ਲਟ ਮਿਲਦੇ ਨੇ। ਸੋ ਇਸੇ ਦੇ ਉੱਪਰ ਆਪਾਂ ਅੱਜ ਗੱਲ ਕਰਨੀ ਹੈ। ਸੋ ਤੁਸੀਂ ਵੀ ਆਪਣੇ ਐਕਸਪੀਰੀਅੰਸ ਜੋ ਹੈ, ਆਪਣੇ ਵਿਚਾਰ ਜੋ ਹੈ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਤਾਂ ਕਰ ਸਕਦੇ ਹੋ। ਪਰ ਸ਼ੁਰੂਆਤ ਵਿੱਚ ਹੀ ਕਹਿ ਦਈਏ ਕਿ ਜੇਕਰ ਤੁਸੀਂ ਹਾਲੇ ਤੱਕ ਸਾਡਾ YouTube ਚੈਨਲ ਸਾਂਝ ਗੱਲਾਂ ਦੀ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਫਟਾਫਟ ਸਬਸਕ੍ਰਾਈਬ ਵੀ ਕਰ ਦਿਓ ਜੀ। ਹਾਂਜੀ, ਕੀ ਕਹੋਗੇ ਮੰਮਾ ਇਸ ਤੇ ਅੱਜ ਤੁਸੀਂ? ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਘਰ 'ਚ ਪਰੇਸ਼ਾਨੀਆਂ ਤਾਂ ਹੁੰਦੀਆਂ ਹੀ, ਸਭ ਦੇ ਹੀ ਹੁੰਦੀਆਂ ਹੈ ਨਾ। ਤੇ ਉਹਨੂੰ ਕਈ ਵਾਰੀ ਆਪਾਂ ਬਿਲਕੁਲ ਨੈਗੇਟਿਵ ਸੋਚੀ ਜਾਂਦੇ ਆ। ਹਾਂਜੀ, ਹੈ ਨਾ। ਕੋਈ ਵੀ ਹੋਈ, ਕੋਈ ਬੱਚਿਆਂ ਦੀ ਹੋ ਗਈ ਪਰੇਸ਼ਾਨੀ ਜਾਂ ਕੋਈ ਬਿਮਾਰ ਹੈ ਨਾ, ਤੇ ਕੋਈ ਸੀਰੀਅਸ ਵੀ ਹੁੰਦਾ ਹੈ ਨਾ, ਤੇ ਆਪਾਂ ਇਹ ਸੋਚਦੇ ਹਾਂ ਵੀ ਪਤਾ ਨਹੀਂ ਮਤਲਬ ਵੀ ਇਹ ਹੁਣ ਠੀਕ ਹੋਏਗਾ ਕਿ ਨਹੀਂ, ਹੈ ਨਾ। ਪਰ ਜੇ ਆਪਾਂ ਪੋਜ਼ਿਟਿਵ ਸੋਚੀਏ ਹੈ ਨਾ, ਉਹਦੇ ਨਾਲ ਚਲੋ ਜੋ ਹੋਣਾ ਤੇ ਜੋ ਹੈ ਹੀ ਹੈ, ਪਰ ਪੋਜ਼ਿਟਿਵ ਦੇ ਨਾਲ ਜਿਹੜੀ ਸਾਡੀ ਸਿਹਤ ਤੇ ਕੋਈ ਅਸਰ ਨਹੀਂ ਪੈਂਦਾ। ਬਿਲਕੁਲ। ਤੇ ਦਿਮਾਗੀ ਜਿਹੜੀ ਪਰੇਸ਼ਾਨੀ ਉਹ ਵੀ ਦੂਰ ਹੁੰਦੀ ਹੈ। ਬਿਲਕੁਲ। ਤੁਸੀਂ ਜਿਹੜੀ ਸਿਹਤ ਤੇ ਅਸਰ ਦੀ ਗੱਲ ਕੀਤੀ ਨਾ, ਮੈਂ ਇੱਕ ਆਰਟੀਕਲ ਪੜ੍ਹ ਰਹੀ ਸੀ ਇੱਕ ਦਿਨ ਨਿਊਜ਼ਪੇਪਰ ਦੇ ਵਿੱਚ, ਤੇ ਉਸਦੇ ਵਿੱਚ ਲਿਖਿਆ ਹੋਇਆ ਸੀ ਕਿ ਜਿਹੜੇ ਇਨਸਾਨਾਂ ਨੂੰ ਜਿੰਨੀਆਂ ਬਿਮਾਰੀਆਂ ਲੱਗਦੀਆਂ ਨਾ, ਉਸਦੇ ਵਿੱਚ 80% ਬਿਮਾਰੀਆਂ ਉਹ ਨੇ ਕਿ ਜਿਹੜੀਆਂ ਅਸੀਂ ਆਪਣੇ ਸੋਚ ਕਰਕੇ, ਮਾਨਸਿਕ ਤਣਾਅ ਕਰਕੇ ਜੋ ਹੈ ਆਪਣੇ ਸਰੀਰ ਨੂੰ ਲਗਾ ਲੈਂਦੇ ਆ। ਇਟ ਮੀਨਸ ਕਿ ਜੇ ਅਸੀਂ ਆਪਣੇ ਆਪ ਨੂੰ ਪੋਜ਼ਿਟਿਵ ਥਿੰਕਿੰਗ ਵੱਲ ਰੱਖੀਏ ਤਾਂ ਇੱਕ ਸਾਡਾ ਜੋ ਫਿਜ਼ੀਕਲੀ ਵੀ ਅਸੀਂ ਬਹੁਤ ਫਿਟ ਰਹਿੰਦੇ ਹਾਂ, ਸਾਡੀ ਬਾਡੀ ਦੇ ਉੱਪਰ ਵੀ ਇਹਨਾਂ ਗੱਲਾਂ ਦਾ, ਚਿੰਤਾ ਦਾ, ਤਣਾਅ ਦਾ, ਸਾਡੀ ਸੋਚ ਦਾ ਬਹੁਤ ਹੀ ਜ਼ਿਆਦਾ ਫਰਕ ਪੈਂਦਾ ਹੈ। ਸੋ ਚਾਹੇ ਗੱਲ ਕੀਤੀ ਜਾਏ, ਚਾਹੇ ਆਪਾਂ ਸਕੂਲ ਜਾਣ ਵਾਲੇ ਬੱਚਿਆਂ ਦੀ ਗੱਲ ਕਰੀਏ, ਇੱਕ ਮੈਰਿਡ ਕਪਲ ਦੀ ਗੱਲ ਕਰੀਏ, ਜਾਂ ਬਜ਼ੁਰਗ ਦੀ ਗੱਲ ਕਰੀਏ ਜੋ ਨੌਕਰੀ ਤੇ ਜਾਂਦਾ ਜਾਂ ਬਿਜ਼ਨਸ ਕਰਦਾ, ਉਹਦੀ ਗੱਲ ਕਰੀਏ। ਸੋ ਸਭ ਦਾ ਜੀਵਨ ਆਧਾਰਿਤ ਹੁੰਦਾ ਕਿ ਉਹ ਕਿਸ ਤਰ੍ਹਾਂ ਦੀ ਸੋਚ ਦੇ ਨਾਲ ਅੱਗੇ ਵੱਧ ਰਿਹਾ। ਸੋ ਜ਼ਿੰਦਗੀ 'ਚ ਬਹੁਤ ਕੁਝ ਹੁੰਦਾ ਹੈ, ਬਹੁਤ ਕੁਝ ਆਪਾਂ ਸਿੱਖਦੇ ਹਾਂ, ਪਰ ਗੱਲ ਇਹ ਆਉਂਦੀ ਜੋ ਵੀ ਹੁੰਦਾ ਉਸ ਤੋਂ ਸਿੱਖ ਕੇ ਆਪਾਂ ਪੋਜ਼ਿਟਿਵ ਹੋ ਕੇ ਅੱਗੇ ਵਧੀਏ। ਚਾਹੇ ਕਿ ਆਪਾਂ ਕੋਈ ਕੰਮ ਹੀ ਸ਼ੁਰੂ ਕਰਨ ਜਾ ਰਹੇ ਹਾਂ, ਜੇ ਆਪਾਂ ਪਹਿਲਾਂ ਹੀ ਇਹਨਾਂ ਚਿੰਤਾਵਾਂ 'ਚ ਆ ਜਾਵਾਂਗੇ ਵੀ ਮੈਂ ਕੰਮ ਸ਼ੁਰੂ ਕਰਨਾ ਹੈ, ਉਹ ਸ਼ੁਰੂ ਹੋਏਗਾ ਕਿ ਨਹੀਂ, ਮੈਨੂੰ ਘਾਟਾ ਤਾਂ ਨਹੀਂ ਕਿਤੇ ਪੈ ਜਾਏਗਾ, ਜਾਂ ਅੱਗੋਂ ਮੈਂ ਹੋਰ ਕੀ ਕਰੂੰ। ਪਰ ਜੇ ਤੁਸੀਂ ਆਪਣਾ ਮਨ ਇੱਕ ਵਾਰੀ ਬਣਾ ਲਿਆ ਤਾਂ ਉਸ ਰਸਤੇ 'ਤੇ ਮਿਹਨਤ ਕਰਦੇ ਹੋਏ ਤੁਰੋ। ਜੇ ਚੰਗਾ ਰਹਿ ਜਾਂਦਾ ਤਾਂ ਕੰਮ ਅੱਗੇ ਵਧੇਗਾ, ਜੇ ਇਨ ਕੇਸ ਕੰਮ ਨਹੀਂ ਵੀ ਚੱਲ ਪੈਂਦਾ, ਇੱਕ ਤਜਰਬਾ ਜ਼ਿੰਦਗੀ ਦਾ ਜ਼ਰੂਰ ਹੋ ਜਾਂਦਾ ਹੈ। ਹਾਂ ਜੀ। ਹੁਣ ਅੱਜ ਕੱਲ੍ਹ ਤੁਸੀਂ ਇਹ ਦੇਖ ਲਓ ਵੀ ਬੱਚਿਆਂ ਨੂੰ ਨਾ ਕੰਮ ਤੇ ਮਿਲਦੇ ਨੇ, ਹਾਂਜੀ, ਹੈ ਨਾ, ਕਰਦੇ ਨਹੀਂ ਸਿਰਫ ਇਸ ਕਰਕੇ ਵੀ ਪੈਸੇ ਥੋੜੇ ਮਿਲਦੇ ਨੇ। ਹਾਂਜੀ। ਤੇ ਇਹ ਨਾ ਨੈਗੇਟਿਵ ਪੁਆਇੰਟ ਇਦਾਂ ਉਹਨਾਂ ਦਾ ਹੈਗਾ ਜੀ। ਤੇ ਜੇ ਉਹ ਮਤਲਬ ਕਿਤੇ ਕੰਮ ਤੇ ਲੱਗਣਗੇ ਫਿਰ ਉਹਨਾਂ ਦੀ ਕੋਈ ਮਤਲਬ ਵੀ ਆਪਣਾ ਸੈਲਰੀ ਵੀ ਵਧੇਗੀ, ਸਭ ਕੁਝ ਹੋਏਗਾ, ਹੈ ਨਾ। ਬਿਲਕੁਲ। ਉਹ ਇਸ ਗੱਲ ਵੱਲ ਨਹੀਂ ਆਉਂਦੇ, ਜਿਹਦੇ ਕਰਕੇ ਮਤਲਬ ਬੇਰੁਜ਼ਗਾਰੀ ਵੱਧਦੀ ਹੈ ਨਾ। ਛੋਟਾ ਕੰਮ ਨਹੀਂ ਕਰਨ ਨੂੰ ਤਿਆਰ, ਉਹ ਇਹੋ ਸੋਚਦੇ ਨੇ ਵੀ ਇਹ ਤੇ ਮਤਲਬ ਕਿਉਂ ਉਹ ਨੈਗੇਟਿਵ ਸੋਚ ਰਹੇ ਨੇ। ਉਹ ਕਹਿੰਦੇ ਵੀ ਜੇ ਮਤਲਬ ਵੀ ਅਸੀਂ ਹੁਣ ਸਾਨੂੰ 5 ਜਾਂ 10 ਮਿਲਦਾ ਹੈ ਤੇ ਫਿਰ ਤੇ ਮਤਲਬ 5-10 ਸਾਲਾਂ 'ਚ ਸਾਡੇ ਸਿਰਫ 15,000 ਹੀ ਮਤਲਬ ਵੀ, ਹੈ ਨਾ। ਇਹ ਨਹੀਂ ਹੁੰਦਾ। ਕੋਈ ਜ਼ਰੂਰੀ ਥੋੜਾ ਨਾ ਵੀ ਤੁਸੀਂ ਉਸੇ ਪੋਸਟ ਤੇ ਉਸੇ ਤਰ੍ਹਾਂ ਰਹੋਗੇ ਜਾਂ ਤੁਸੀਂ ਉਹੀ ਕੰਮ ਕਰੋਗੇ। ਨਾਲੇ ਆਪਣਾ ਇੱਕ ਵਿਜ਼ਨ ਕਲੀਅਰ ਕਰਨਾ ਚਾਹੀਦਾ ਹੈ ਕਿ ਮੈਂ ਇੰਨੇ ਸਾਲ ਇਸ ਚੀਜ਼ ਦਾ ਐਕਸਪੀਰੀਅੰਸ ਲੈਣਾ ਹੈ, ਉਸ ਤੋਂ ਬਾਅਦ ਮੈਂ ਕਿਵੇਂ ਅੱਗੇ ਵਧਣਾ ਹੈ। ਸੋ ਇੱਕ ਆਪਣਾ ਵਿਜ਼ਨ ਕਲੀਅਰ ਕਰਕੇ ਅਗਰ ਅਸੀਂ ਅੱਗੇ ਵਧਦੇ ਹਾਂ, ਨਾਲ ਪੋਜ਼ਿਟਿਵ ਹੋ ਕੇ ਅੱਗੇ ਵਧਦੇ ਹਾਂ, ਤਾਂ ਸਾਡੀ ਜ਼ਿੰਦਗੀ ਵਿੱਚ ਚੰਗੇ ਰਸਤੇ ਵੀ ਰੱਬ ਜੋ ਹੈ ਜ਼ਰੂਰ ਦਿਖਾਉਂਦਾ ਹੈ। ਬਾਕੀ ਜਿਹੜਾ ਬਹੁਤ ਸਾਰੀ ਅਗਰ ਆਪਾਂ ਸਾਇੰਟੀਫਿਕ ਸਟੱਡੀਜ਼ ਦੀ ਵੀ ਗੱਲ ਕਰੀਏ ਤਾਂ ਉਹ ਉੱਥੇ ਜ਼ਿਕਰ ਹੁੰਦਾ ਹੈ ਜਿਵੇਂ ਦਾ ਤੁਸੀਂ ਸੋਚਦੇ ਹੋ ਉਹ ਜਿਹਾ ਤੁਹਾਡਾ ਔਰਾ ਬਣਨਾ ਸ਼ੁਰੂ ਹੋ ਜਾਂਦਾ, ਤਾਂ ਉਵੇਂ ਹੀ ਤੁਹਾਡੀ ਜ਼ਿੰਦਗੀ ਵਿੱਚ ਹੋਣਾ ਵੀ ਸ਼ੁਰੂ ਹੋ ਜਾਂਦਾ ਹੈ। ਹਾਂ, ਹੁਣ ਬੱਚਿਆਂ ਦਾ ਲਾ ਲਓ, ਹੈ ਨਾ। ਇਹ ਚਲੋ ਇੱਦਾਂ ਹੋ ਗਏ, ਛੋਟੇ ਬੱਚੇ ਨੇ ਨਾ, ਉਹ ਵੀ ਕਈ ਵਾਰੀ ਇਸ ਤਰ੍ਹਾਂ ਹੀ ਹੁੰਦਾ ਹੈ ਨਾ। ਜੇ ਉਹਨਾਂ ਦੇ ਨੰਬਰ ਘੱਟ ਆ ਜਾਣ ਫਿਰ ਉਹ ਮਤਲਬ ਵੀ ਇੱਦਾਂ ਹੀ ਕਰਨਗੇ ਵੀ ਆਪਣਾ, ਹੈ ਨਾ। ਤੇ ਪਰ ਇਹ ਹੈ ਵੀ ਜਿਹੜਾ ਜਿਹਦੇ ਥੋੜੇ ਆਉਂਦੇ ਨੇ ਨੰਬਰ, ਹੈ ਨਾ, ਹੈ ਤੇ ਉਹਦੇ ਬੱਚੇ ਲਈ ਤਾਂ ਨੈਗੇਟਿਵ ਹੀ ਹੋ ਜਾਂਦਾ ਹੈ ਨਾ। ਤੇ ਪਰ ਇਹ ਹੈ ਵੀ ਉਹਦੇ ਨਾਲ ਉਹਨੂੰ ਇਹ ਹੁੰਦਾ ਵੀ ਮੈਂ ਮਿਹਨਤ ਹੋਰ ਜ਼ਿਆਦਾ ਕਰਨੀ ਹੈ, ਤੇ ਉਹ ਫਿਰ ਅੱਗੋਂ ਮਤਲਬ ਆਪੇ ਸਕਸੈਸ ਹੁੰਦਾ ਹੈ। ਨਹੀਂ, ਉੱਥੇ ਦੇਖੋ ਇੱਥੇ ਗੱਲ ਆ ਜਾਂਦੀ ਕਿ ਜੇ ਬੱਚਿਆਂ ਦੀ ਤੁਸੀਂ ਗੱਲ ਕੀਤੀ ਹੈ ਨਾ, ਜੇ ਬੱਚੇ ਇਨ ਕੇਸ ਨੰਬਰ ਘੱਟ ਵੀ ਆ ਗਏ, ਸੋ ਪੇਰੈਂਟਸ ਦੀ ਵੀ ਡਿਊਟੀ ਹੋ ਜਾਂਦੀ ਹੈ ਕਿ ਬੱਚਿਆਂ ਵਿੱਚ ਆਪਾਂ ਇਹ ਸੋਚ ਪਾਈਏ ਕਿ ਆਪਾਂ ਹੁਣ ਚਾਹੇ ਸਾਡੇ ਨੰਬਰ ਘੱਟ ਆਏ ਪਰ ਅੱਗੋਂ ਅਸੀਂ ਹੋਰ ਵਧੀਆ ਮਿਹਨਤ ਕਰਨੀ ਹੈ, ਅਸੀਂ ਵਧੀਆ ਨੰਬਰ ਲੈ ਕੇ ਆਉਣੇ ਹੈ। ਬਜਾਏ ਇਸਦੇ ਕਿ ਕਈ ਪੇਰੈਂਟਸ ਜਿਵੇਂ ਠੀਕ ਹੈ ਥੋੜਾ ਡਾਂਟਣਾ ਵੀ ਚਾਹੀਦਾ ਬੱਚਿਆਂ ਨੂੰ ਕਿ ਕਿਉਂ ਕਿੱਥੇ ਕਮੀ ਰਹਿ ਗਈ, ਕੀ ਰੀਜ਼ਨ ਬਣਿਆ ਕਿ ਨੰਬਰ ਘੱਟ ਆਏ, ਪਰ ਉਹਨਾਂ ਨੂੰ ਇਹਨਾਂ ਡੀਗ੍ਰੇਡ ਨਹੀਂ ਫੀਲ ਕਰਵਾਉਣਾ ਚਾਹੀਦਾ, ਜਾਂ ਕਿ ਉਹ ਬੱਚੇ ਅੰਦਰੋਂ ਹੀ ਇੰਨੇ ਨੈਗੇਟਿਵ ਹੋ ਜਾਂਦੇ ਨੇ ਜਾਂ ਅੰਦਰੋਂ ਹੀ ਉਹਨਾਂ ਦਾ ਕੌਨਫੀਡੈਂਸ ਇੰਨਾ ਖਤਮ ਹੋ ਜਾਂਦਾ, ਉਹਨਾਂ ਨੂੰ ਲੱਗਦਾ ਕਿ ਸ਼ਾਇਦ ਅਸੀਂ ਵਧੀਆ ਕਰ ਹੀ ਨਹੀਂ ਸਕਦੇ, ਅਸੀਂ ਅੱਗੇ ਵਧ ਹੀ ਨਹੀਂ ਸਕਦੇ, ਸਾਡੇ ਵਧੀਆ ਨੰਬਰ ਆ ਹੀ ਨਹੀਂ ਸਕਦੇ।
ਚਲੋ ਆਪਾਂ ਬੱਚਿਆਂ ਦੀ ਗੱਲ ਕੀਤੀ, ਇਸੇ ਤਰੀਕੇ ਆਪਾਂ ਘਰ ਪਰਿਵਾਰ ਦੀ ਵੀ ਗੱਲ ਕਰੀਏ, ਜੇਕਰ ਰਿਸ਼ਤਿਆਂ ਦੀ ਗੱਲ ਕਰ ਲਈਏ, ਰਿਸ਼ਤੇ ਇੱਕ ਵਾਰੀ ਅਗਰ ਲੱਗਦਾ ਹੈ ਵਿਗੜੇ ਹੋਏ ਨੇ ਤਾਂ ਇਹ ਨਹੀਂ ਸੋਚ ਲੈਣਾ ਚਾਹੀਦਾ ਕਿ ਬਸ ਹੁਣ ਅੱਗੋਂ ਕੁਝ ਹੋ ਨਹੀਂ ਸਕਦਾ। ਬਾਰ-ਬਾਰ ਪੋਜ਼ਿਟਿਵ ਹੋ ਕੇ ਮਿਹਨਤ ਕਰਨੀ ਚਾਹੀਦੀ ਹੈ ਰਿਸ਼ਤਿਆਂ ਲਈ ਵੀ, ਕਿ ਵਧੀਆ ਰਿਸ਼ਤੇ ਸਾਡੇ ਜ਼ਿੰਦਗੀ ਵਿੱਚ ਬਣੇ ਰਹਿਣ। ਤੇ ਗੱਲ ਉਹੀ ਕੁੱਲ ਮਿਲਾ ਕੇ ਆ ਜਾਂਦੀ ਹੈ ਕਿ ਸਾਨੂੰ ਕੋਈ ਵੀ ਚੀਜ਼ ਹੈ ਉਸਦੇ ਲਈ ਪੋਜ਼ਿਟਿਵ ਥਿੰਕਿੰਗ ਆਪਣੀ ਰੱਖਣੀ ਚਾਹੀਦੀ ਹੈ, ਤਾਂ ਕਿ ਅਸੀਂ ਅਗਰ ਸਾਡੀ ਜ਼ਿੰਦਗੀ 'ਚ ਇਨ ਕੇਸ ਕੁਝ ਮਾੜਾ ਵੀ ਹੋ ਗਿਆ ਤਾਂ ਅਸੀਂ ਆਪਣੀ ਹਿੰਮਤ ਢਾਹ ਕੇ ਨਹੀਂ ਬੈਠ ਜਾਣਾ। ਪੋਜ਼ਿਟਿਵ ਹੋ ਕੇ ਸੋਚੀਏ ਕਿ ਚਲੋ ਜੋ ਬੀਤ ਗਿਆ ਕੋਈ ਗੱਲ ਨਹੀਂ, ਅੱਗੋਂ ਅਸੀਂ ਜ਼ਿੰਦਗੀ ਵਿੱਚ ਬਹੁਤ ਕੁਝ ਵਧੀਆ ਕਰ ਸਕਦੇ ਹਾਂ। ਹਰ ਇੱਕ ਦਿਨ ਸਾਡੇ ਲਈ ਇੱਕ ਨਵਾਂ ਮੌਕਾ ਹੁੰਦਾ ਹੈ। ਨਾਲੇ ਇਸ ਤਰ੍ਹਾਂ ਕਈ ਕਹਿਣਗੇ ਅਸੀਂ ਨਾ ਜੀ ਉੱਥੇ ਵੀ ਅਰਦਾਸ ਕੀਤੀ, ਉੱਥੇ ਵੀ ਅਰਦਾਸ ਕੀਤੀ, ਹੈ ਨਾ। ਪਰਮਾਤਮਾ ਤੇ ਵਿਸ਼ਵਾਸ ਤਾਂ ਰੱਖਣਾ ਹੀ ਚਾਹੀਦਾ ਨਾ। ਹੋਰ ਮਤਲਬ ਵੀ ਉਹ ਪੋਜ਼ਿਟਿਵ ਤੇ ਆਪੇ ਹੋਏਗਾ ਹੀ। ਜਿਹੜਾ ਆਪਣਾ ਵਾਹਿਗੁਰੂ ਹੈ ਉਹ ਤਾਂ ਸਭ ਨੂੰ ਦੇਖ ਹੀ ਰਿਹਾ ਨਾ। ਬਿਲਕੁਲ। ਹਾਂ, ਤੇ ਉਹਦੇ ਵਿੱਚ ਨਾ ਕਈ ਤੇ ਫਿਰ ਬਿਲਕੁਲ ਹੀ ਡਿਪਰੈਸ਼ਨ 'ਚ ਹੀ ਆ ਜਾਂਦੇ ਨੇ। ਮੈਂ ਵੇਖਿਆ ਹੁਣ ਕਈ ਹੁਣ ਘਰ 'ਚ ਵੀ ਜੇ ਕਿਸੇ ਦੇ ਘਰ ਝਗੜਾ ਚੱਲ ਰਿਹਾ ਜਾਂ ਕਿਸ ਤਰ੍ਹਾਂ ਚੱਲ ਰਿਹਾ ਹੈ ਨਾ, ਉਹ ਫਿਰ ਦਿਮਾਗ ਤੇ ਮਤਲਬ ਪਰੇਸ਼ਾਨੀ ਲਈ ਆਣੀ ਹੈ ਨਾ। ਫਿਰ ਕਈ ਜੈਂਟਸ ਤੇ ਦੇਖੋ ਦੂਸਰੇ ਪਾਸੇ ਆਪਣਾ ਨਸ਼ੇ ਪੱਤੇ ਵੱਲ ਵੀ ਲੱਗ ਜਾਂਦੇ ਨੇ, ਕਹਿਣਗੇ ਨਾ ਹੈ ਮੇਰਾ ਕੰਮ ਨਹੀਂ ਚੱਲ ਰਿਹਾ, ਮੇਰਾ ਏਦਾਂ ਨਹੀਂ, ਪਰ ਉਹ ਨਹੀਂ ਦੇਖਦੇ ਵੀ ਕਿ ਨਾਮ ਆਪਣਾ ਜੇ ਆਪਣਾ ਤੁਹਾਡਾ ਨਹੀਂ ਚੱਲ ਰਿਹਾ ਤੇ ਸਹੀ ਵੀ ਹੋਏਗਾ। ਬਿਲਕੁਲ ਬਿਲਕੁਲ ਉਹੀ ਚੀਜ਼ ਹੈ ਕਿ ਅਸੀਂ ਗੱਲ ਕੁੱਲ ਮਿਲਾ ਕੇ ਉੱਥੇ ਆਂਦੀ ਕਿ ਸਾਡਾ ਜਿਹੜਾ ਮਨ ਹੈ ਜਾਂ ਸਾਡੀ ਸੋਚ ਹੈ ਹਮੇਸ਼ਾ ਦੋ ਪਾਸੇ ਚੱਲ ਰਹੀ ਹੁੰਦੀ ਹੈ। ਸਾਡਾ ਇਹੀ ਮਨ ਚੰਗਾ ਵੀ ਸੋਚ ਰਿਹਾ ਹੁੰਦਾ, ਸਾਡਾ ਇਹੀ ਮਨ ਮਾੜੇ ਪਾਸੇ ਰਿਜ਼ਲਟ ਵੀ ਸੋਚ ਰਿਹਾ ਹੁੰਦਾ। ਸੋ ਇਹ ਸਾਡੇ ਤੇ ਡਿਪੈਂਡ ਕਰਦਾ ਕਿ ਅਸੀਂ ਆਪਣੇ ਮਨ ਨੂੰ ਕਿਹੜੇ ਪਾਸੇ ਨੂੰ ਜ਼ਿਆਦਾ ਉਹਦਾ ਝੁਕਾਅ ਕਰਨਾ ਹੈ। ਸੋ ਜਿਵੇਂ ਗੁਰਬਾਣੀ ਵਿੱਚ ਵੀ ਕਹਿੰਦੇ ਮਨ ਜੀਤੇ ਜਗ ਜੀਤ। ਸੋ ਮਨ ਨੂੰ ਜਿੱਤਣਾ ਹੀ ਸਭ ਤੋਂ ਔਖਾ ਹੈ, ਤੇ ਪਰ ਜੇ ਆਪਾਂ ਮਨ ਨੂੰ ਜਿੱਤ ਲੈਂਦੇ ਹਾਂ, ਆਪਣੇ ਮਨ ਨੂੰ ਕੰਟਰੋਲ ਕਰਨਾ ਸਿੱਖ ਲੈਂਦੇ ਹਾਂ, ਤਾਂ ਉਹਦੇ ਲਈ ਇਹ ਦੁਨੀਆ ਸਵਰਗ ਹੈ, ਤੇ ਉਹਦੇ ਲਈ ਹਰ ਰੋਜ਼ ਇੱਕ ਨਵਾਂ ਮੌਕਾ ਹੈ ਕਿ ਮੈਂ ਬਹੁਤ ਕੁਝ ਕਰ ਸਕਦਾ। ਸੋ ਇਸ ਲਈ ਪਰ ਮਨ ਨੂੰ ਸਮਝਾਉਣਾ ਹੀ ਸਭ ਤੋਂ ਔਖਾ ਦੇਖੋ ਮੰਨਿਆ ਜਾਂਦਾ ਹੈ ਨਾ। ਜੇ ਆਪਾਂ ਸਵੇਰ ਦੀ ਗੱਲ ਕਰ ਲਈਏ, ਹੁਣ ਸਰਦੀਆਂ ਦੀ ਗੱਲ ਕਰ ਲਈਏ, ਸਵੇਰੇ ਰਜਾਈ 'ਚ ਉੱਠ ਕੇ ਜਾਣਾ, ਸੋ ਮਨ ਨੂੰ ਸਮਝਾਉਣਾ ਪੈਂਦਾ ਹੈ ਕਿ ਸੋ ਜਿਹਨੂੰ ਪਤਾ ਹੈ ਕਿ ਮੇਰੇ ਸਿਰ ਤੇ ਪਈ ਹੈ ਮੈਂ ਜਾਣਾ, ਉਹਨੇ ਤਾਂ ਫਟਾਫਟ ਉੱਠ ਜਾਣਾ। ਜਿਹਨੂੰ ਪਤਾ ਕਿ ਸ਼ਾਇਦ ਮੈਂ ਕੁਝ ਨਹੀਂ ਕਰਨਾ, ਉਹਨੂੰ ਓਨਾ ਹੀ ਔਖਾ ਲੱਗਦਾ। ਸੋ ਪ੍ਰਸਥਿਤੀਆਂ ਦੇ ਹਿਸਾਬਾਂ ਦੇ ਨਾਲ ਨਹੀਂ, ਆਪਣੇ ਇੱਕ ਜ਼ਿੰਦਗੀ ਦਾ ਟਾਰਗੇਟ ਸਾਨੂੰ ਬਣਾ ਕੇ ਪੋਜ਼ਿਟਿਵ ਹੋ ਕੇ ਅੱਗੇ ਵਧਣਾ ਚਾਹੀਦਾ, ਤਾਂ ਕਿ ਅਸੀਂ ਅਗਰ ਅੱਜ ਦੇ ਦਿਨ 'ਚ ਪਿਛਲੇ 5 ਸਾਲਾਂ ਨੂੰ ਦੇਖੀਏ ਤਾਂ ਲੱਗੇ ਕਿ ਅਸੀਂ ਤਰੱਕੀ ਕੀਤੀ, ਅਸੀਂ ਅੱਗੇ ਵਧੇ ਆ। ਕੀ ਕਹੋਗੇ ਅੱਗੋਂ? ਅੱਛਾ, ਇਹਦੇ ਵਿੱਚ ਨਾ ਇੱਕ ਇਹ ਵੀ ਹੈਗਾ ਵੀ ਕਈ ਨਾ ਨੈਗੇਟਿਵ ਏਦਾਂ ਵੀ ਹੈ ਨਾ, ਦੇਖ ਉਹ ਵਹਿਮ ਵੀ ਕਰਦੇ ਕਿ ਨਾ, ਉਹਦੇ 'ਚ ਵੀ ਹੈਗਾ ਪੁਆਇੰਟ ਵਾਲਾ ਨੈਗੇਟਿਵ। ਉਹ ਜੀ ਆਪਣਾ ਕ੍ਰੋਸ ਕਰ ਗਈ ਬਿੱਲੀ, ਹੈ ਨਾ, ਤੇ ਉਹ ਵਹਿਮ ਜਿਹੜਾ ਹੈ ਉਹ ਹੈ ਤੇ ਮਤਲਬ ਦੇਖੋ ਤੁਸੀਂ ਜਾ ਰਹੇ ਹੋ, ਹੈ ਨਾ, ਕੋਈ ਜ਼ਰੂਰੀ ਕੰਮ ਜਾ ਰਹੇ ਹੋ, ਕਿ ਬਿੱਲੀ ਨੇ ਤੁਹਾਡੀ ਆਪਣਾ ਕ੍ਰੋਸ ਕਰ ਲਿਆ, ਉਹ ਆਪਣੇ ਰਸਤੇ ਜਾ ਰਹੀ ਹੈ, ਉਹ ਆਪਣੇ ਰਸਤੇ ਜਾ ਰਹੀ ਹੈ, ਪਰ ਤੁਸੀਂ ਤੇ ਲੇਟ ਹੋ ਰਹੇ ਹੋ ਨਾ, ਤੁਸੀਂ ਤਾਂ ਮਤਲਬ ਨੈਗੇਟਿਵ ਸੋਚਿਆ ਹੀ ਹੈ ਨਾ। ਤੇ ਇਸ ਤਰ੍ਹਾਂ ਦੇ ਮਤਲਬ ਜਿਹੜੇ ਨਾ ਆਪਣੇ ਕਈ ਵਹਿਮ ਵੀ ਜਿਹੜੇ ਨੇ ਨਾ, ਉਹ ਵੀ ਬੰਦੇ ਨੂੰ ਮਤਲਬ ਨੈਗੇਟਿਵ ਲੈ ਕੇ ਜਾਂਦੇ। ਬਿਲਕੁਲ, ਕਿਉਂਕਿ ਇੱਕ ਨੈਗੇਟਿਵ ਥਾਟ ਅਗਰ ਦਿਨ ਦੀ ਸ਼ੁਰੂਆਤ ਵਿੱਚ ਤੁਹਾਡੇ ਦਿਮਾਗ ਵਿੱਚ ਆ ਗਿਆ ਤਾਂ ਤੁਸੀਂ ਉੱਤੇ ਨੋਟ ਕਰੋ, ਪੂਰਾ ਦਿਨ ਹੀ ਜੋ ਹੈ ਹੌਲੀ ਹੌਲੀ ਸਾਡਾ ਖਰਾਬ ਜਾਂਦਾ। ਅਸੀਂ ਕਈ ਵਾਰੀ ਜਾ ਰਹੇ ਹੋਣੇ ਆ ਮਨ 'ਚ, ਜੋ ਚਾਹੇ ਤੁਸੀਂ ਬਿੱਲੀ ਕ੍ਰਾਸ ਕਰਨ ਦੀ ਗੱਲ ਕੀਤੀ ਜਾਂ ਕੋਈ ਵੀ ਐਸੀ ਗੱਲ ਕਰੀਏ, ਕਿਸੇ ਨੇ ਕਹੀਏ ਪਿੱਛੋਂ ਆਵਾਜ਼ ਮਾਰ ਦਿੱਤੀ, ਹੈ ਨਾ, ਅਸੀਂ ਉਦੋਂ ਹੀ ਮਨ 'ਚ ਬਿਠਾ ਲੈਂਦੇ ਗੱਲ ਕਰ ਰਹੀ ਹੈ ਕਿ ਅਸੀਂ ਉਦੋਂ ਹੀ ਆਪਣੇ ਮਨ 'ਚ ਬਿਠਾ ਲੈਂਦੇ ਹਾਂ ਕਿ ਹੁਣ ਇਸ ਤੋਂ ਬਾਅਦ ਸਾਡੇ ਨਾਲ ਚੰਗਾ ਹੀ ਨਹੀਂ ਹੋਣਾ, ਕਿ ਹੁਣ ਸਾਨੂੰ ਟੋਕ ਪੈ ਗਈ, ਹੁਣ ਚੰਗਾ ਨਹੀਂ ਹੋਣਾ। ਸੋ ਮਨ ਜਿਵੇਂ ਸੋਚਦਾ ਉਵੇਂ ਹੀ ਚੀਜ਼ਾਂ ਹੋਣੀਆਂ ਸ਼ੁਰੂ ਹੋ ਜਾਂਦੀ ਹੈ। ਤਾਂ ਕਿਉਂ ਨਾ ਫਿਰ ਆਪਾਂ ਚੰਗਾ ਸੋਚੀਏ, ਪੋਜ਼ਿਟਿਵ ਸੋਚੀਏ, ਤੇ ਆਪਾਂ ਦਿਨ ਦੀ ਸ਼ੁਰੂਆਤ ਵੇਲੇ ਜੋ ਵੀ ਹੋਵੇ ਖਿੜੇ ਮੱਥੇ ਕਬੂਲ ਕਰਕੇ ਅੱਗੇ ਵਧੀਏ ਕਿ ਪੋਜ਼ਿਟਿਵ ਹੀ ਹੋਣਾ ਹੈ। ਦਿਲ ਨੂੰ, ਦਿਮਾਗ ਨੂੰ ਹਰ ਵੇਲੇ ਇਹ ਗੱਲ ਸਮਝਾਈਏ ਕਿ ਪੋਜ਼ਿਟਿਵ ਹੀ ਹੋਏਗਾ, ਤੇ ਤੁਸੀਂ ਦੇਖੋ ਰਿਜ਼ਲਟ ਕਿਸ ਤਰੀਕੇ ਨਾਲ ਤੁਹਾਨੂੰ ਪੋਜ਼ਿਟਿਵ ਨਜ਼ਰ ਆਉਣਗੇ। ਮੈਂ ਬਾਰ-ਬਾਰ ਉਹ ਗੱਲ ਕਰ ਰਹੀ ਹਾਂ ਕਿ ਜੇ ਕੁਝ ਇਸ ਇਹ ਨਹੀਂ ਹੈ, ਕਈ ਮੈਨੂੰ ਕਹਿਣਗੇ ਜਿਨ੍ਹਾਂ ਨੂੰ ਮੈਂ ਕਹਿੰਦੀ ਹਾਂ ਕਿ ਨੈਗੇਟਿਵ ਨਹੀਂ ਸੋਚਣਾ ਚਾਹੀਦਾ, ਪੋਜ਼ਿਟਿਵ ਸੋਚਣਾ ਚਾਹੀਦਾ, ਤਾਂ ਜੇ ਇਨ ਕੇਸ ਕੋਈ ਚੀਜ਼ ਗਲਤ ਹੋ ਜਾਂਦੀ, ਉਹ ਕਹਿਣਗੇ ਲੈ ਅਸੀਂ ਤਾਂ ਪੋਜ਼ਿਟਿਵ ਸੋਚ ਕੇ ਕੀਤਾ ਸੀ, ਹੋ ਤਾਂ ਫਿਰ ਨੈਗੇਟਿਵ ਗਿਆ, ਹੁਣ ਇਸ ਨੂੰ ਤੁਸੀਂ ਕਿਵੇਂ ਕਹੋਗੇ? ਤਾਂ ਉੱਥੇ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਜੇ ਆਪਾਂ ਪੋਜ਼ਿਟਿਵ ਸੋਚ ਕੇ ਵੀ ਚੱਲੇ, ਕੁਛ ਸਾਡੇ ਨਾਲ ਮਾੜਾ ਵੀ ਹੋ ਗਿਆ, ਤਾਂ ਇਹ ਜ਼ਰੂਰ ਦੇਖਣਾ ਚਾਹੀਦਾ ਕਿ ਉਹਦੇ ਵਿੱਚ ਵੀ ਸਾਡੀ ਭਲਾਈ ਜ਼ਰੂਰ ਹੈ। ਸਾਡੇ ਲਈ ਉਹ ਲੱਗ ਰਿਹਾ ਹੈ ਕਿ ਘਾਟਾ ਹੈ, ਪਰ ਕੁਛ ਸਮੇਂ ਬਾਅਦ ਸਾਨੂੰ ਸਮਝ ਆਉਂਦੀ ਹੈ ਕਿ ਸ਼ਾਇਦ ਇਸੇ 'ਚ ਹੀ ਸਾਡੀ ਬਿਹਤਰੀ ਸੀਗੀ। ਸੋ ਚਾਹੇ ਨੈਗੇਟਿਵ ਵੀ ਸਾਡੀ ਜ਼ਿੰਦਗੀ ਵਿੱਚ ਹੋ ਰਿਹਾ ਹੈ, ਉਸਦਾ ਦੂਜਾ ਪਾਸਾ ਸੋਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇੱਕ ਦੀਵਾਰ ਦੇ ਪਿੱਛੇ ਵਾਲਾ ਵੀ ਸੋਚਣਾ ਚਾਹੀਦਾ ਕਿ ਅਗਰ ਇਹ ਹੋਇਆ ਕੀ ਕਾਰਨ ਹੈ, ਅਗਰ ਹੋ ਗਿਆ ਚਲੋ ਇਸਦੇ ਹੋਣ ਨਾਲ ਕਿੰਨਾ ਕੁ ਫਰਕ ਪਿਆ, ਨਾ ਹੋਣ ਨਾਲ ਕਿੰਨਾ ਕੁ ਫਰਕ ਪੈਂਦਾ, ਫਿਰ ਉਹ ਚੀਜ਼ਾਂ ਜੋ ਹੈ ਮੁਸ਼ਕਿਲਾਂ ਇੰਨੀਆਂ ਵੱਡੀਆਂ ਮੁਸ਼ਕਿਲਾਂ ਨਹੀਂ ਲੱਗਦੀਆਂ। ਹਾਂ, ਇਹ ਤੇ ਹੈ ਹੀ ਹੈ ਜੀ। ਜਦੋਂ ਆਪਾਂ ਕੋਈ ਵੈਸੇ ਤੇ ਇਹ ਹੈ ਵੀ ਜੇ ਆਪਾਂ ਕਿਸੇ ਪੁਆਇੰਟ ਤੇ ਨੈਗੇਟਿਵ ਵੀ ਸੋਚੀਏ ਨਾ, ਉਹਦੇ ਸਾਨੂੰ ਰਿਜ਼ਲਟ ਬਹੁਤ ਵਧੀਆ ਨਿਕਲਦੇ ਨੇ, ਹੈ ਨਾ।
ਕਈ ਵਾਰੀ ਮਤਲਬ ਆਪਾਂ ਨਾ ਕਿਸੇ ਚੀਜ਼ ਦਾ ਸੋਲੂਸ਼ਨ ਕੱਢਣਾ ਹੋਵੇ ਹਾਂਜੀ ਤੇ ਫਿਰ ਆਪਾਂ ਜੇ ਉਹਨੂੰ ਨਾ ਥੋੜਾ ਨੈਗੇਟਿਵ ਸੋਚੀਏ ਤਾਂ ਉਹ 'ਚ ਸਾਨੂੰ ਪੋਜ਼ਿਟਿਵ ਨਜ਼ਰ ਆਉਂਦਾ ਹੈ। ਸੋ ਬਿਲਕੁਲ ਇੱਥੇ ਗੱਲ ਇਹੀ ਮੈਂ ਅਖੀਰ 'ਚ ਕਹਿਣਾ ਚਾਹਾਂਗੀ, ਮਨ ਜੀਤੇ ਜਗ ਜੀਤ, ਤੇ ਮਨ ਨੂੰ ਸਕਾਰਾਤਮਕ ਰੂਪ ਵਿੱਚ ਪੋਜ਼ਿਟਿਵ ਹੋ ਕੇ ਜਿੱਤਿਆ ਜਾ ਸਕਦਾ ਹੈ। ਔਰ ਬਹੁਤ ਜ਼ਰੂਰੀ ਹੈ ਕਿ ਕਦੇ ਵੀ ਅਸੀਂ ਐਕਸਪੈਕਟੇਸ਼ਨਸ ਨਾ ਰੱਖੀਏ ਕਿ ਮੇਰਾ ਕੰਮ ਫਲਾਣਾ ਕਰ ਦੇਗਾ। ਜਦ ਤੱਕ ਤੁਸੀਂ ਇਹ ਸੋਚ ਰੱਖ ਕੇ ਅੱਗੇ ਚੱਲੋਗੇ, ਆਪਣਾ ਕੰਮ ਅਸੀਂ ਹਰ ਇੱਕ ਕੰਮ, ਸਿਰਫ ਮੈਂ ਕੋਈ ਪਾਰਟਿਕੂਲਰ ਕਿਸੇ ਇੱਕ ਕੰਮ ਦੀ ਗੱਲ ਨਹੀਂ ਕਰ ਰਹੀ, ਹਰੇਕ ਕੰਮ ਜੋ ਤੁਹਾਡੇ ਨਾਲ ਜੁੜਿਆ ਹੋਇਆ ਹੈ ਇਹ ਸੋਚ ਕੇ ਚੱਲੋਗੇ ਮੇਰਾ ਕੰਮ ਹੈ, ਮੈਂ ਹੀ ਕਰਨਾ ਹੈ, ਜਾਂ ਹੋ ਸਕੇ ਤਾਂ ਦੂਸਰੇ ਦੇ ਕਿਸੇ ਮਦਦ ਕਰ ਸਕੀਏ। ਜਦ ਆਪਾਂ ਇਹ ਸੋਚਦੇ ਨਾਲ ਅੱਗੇ ਵਧਦੇ ਹਾਂ ਤਾਂ ਜ਼ਿੰਦਗੀ ਵਿੱਚ ਸਭ ਅੱਛਾ ਹੁੰਦਾ ਜ਼ਰੂਰ ਨਜ਼ਰ ਆਉਂਦਾ ਹੈ। ਤੇ ਬਾਕੀ ਤੁਹਾਡੇ ਸਭ ਦੇ ਉੱਪਰ ਕੀ ਵਿਚਾਰ ਨੇ ਕਮੈਂਟ ਕਰਕੇ ਤੁਸੀਂ ਜ਼ਰੂਰ ਸਾਡੇ ਨਾਲ ਸਾਂਝੇ ਕਰਿਓ। ਤੇ ਜੇਕਰ ਹੁਣ ਤੱਕ ਤੁਸੀਂ ਸਾਡਾ YouTube ਚੈਨਲ ਸਾਂਝ ਗੱਲਾਂ ਦੀ ਸਬਸਕ੍ਰਾਈਬ ਨਹੀਂ ਕੀਤਾ, ਫਟਾਫਟ ਸਬਸਕ੍ਰਾਈਬ ਕਰ ਦਿਓ। ਸਾਈਡ ਤੇ ਜੋ ਬੈਲ ਆਈਕਨ ਹੈ ਉਸ ਨੂੰ ਵੀ ਜ਼ਰੂਰ ਜੋ ਹੈ ਦਬਾ ਦਿਓ, ਤਾਂ ਕਿ ਜਦੋਂ ਵੀ ਅਸੀਂ ਆਪਣੀ ਨੈਕਸਟ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਕੋਲ ਫਟਾਫਟ ਪਹੁੰਚ ਜਾਏ। ਅੱਜ ਦੀ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਜੀ। ਜਲਦੀ ਹੀ ਮਿਲਾਂਗੇ ਅਗਲੀ ਵੀਡੀਓ ਵਿੱਚ। ਤੁਸੀਂ ਆਪਣਾ ਧਿਆਨ ਰੱਖੋ, ਚੜ੍ਹਦੀ ਕਲਾ ਵਿੱਚ ਰਹੋ, ਪੋਜ਼ਿਟਿਵ ਰਹੋ ਤੇ ਜ਼ਿੰਦਗੀ ਵਿੱਚ ਬਹੁਤ ਅੱਗੇ ਵਧੋ। ਚੰਗਾ ਜੀ, ਮਿਲਾਂਗੇ ਜਲਦੀ। ਸਤਿ ਸ਼੍ਰੀ ਅਕਾਲ।